1984 ऑपरेशन ब्लू स्टार ਇਹਦੇ ਬਾਰੇ ਸਾਡੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ, ਬਜ਼ੁਰਗਾਂ ਕੋਲੋਂ ਸੁਣਿਆ ਹੋਵੇਗਾ। ਜੋ ਕੁਝ ਵਾਪਰਿਆ ਉਸ ਬਾਰੇ ਸੁਣ ਕੇ ਰੂਹ ਕੰਬ ਜਾਂਦੀ ਹੈ। ਸੋਚੋ ਜਿਨ੍ਹਾਂ ਨੇ ਹੰਡਾਇਆ ਹੈ ਉਹਨਾਂ ਤੇ ਕੀ ਵਾਪਰਦੀ ਹੋਵੇਗੀ ਹਰ ਦਿਨ। ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਨੇ ਅੰਮ੍ਰਿਤਸਰ ਤੋਂ, ਇਹਨਾਂ ਦੇ ਭਰਾ ਦੀ ਜਾਨ ਚਲੀ ਗਈ ਉਸ ਆਪਰੇਸ਼ਨ ਦੇ ਦੌਰਾਨ। ਭਾਈ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਨਜੀਤ ਸਿੰਘ ਜੀ, ਤੁਸੀਂ ਕੀ ਕੁਝ ਹੰਡਾਇਆ ਹੈ ਆਪਰੇਸ਼ਨ ਬਲੂ ਸਟਾਰ 'ਚ? ਦੇਖੋ, ਆਪਰੇਸ਼ਨ ਬਲੂ ਸਟਾਰ 'ਚ ਮੈਂ ਇਕੱਲੇ ਨਹੀਂ, ਸਾਡੀ ਸਿੱਖ ਕੌਮ ਨੇ ਬਹੁਤ ਵੱਡਾ ਸੰਤਾਪ ਜਿਹੜਾ ਹੰਡਾਇਆ। ਔਰ ਹਿੰਦੁਸਤਾਨ ਦੀ ਸਰਕਾਰ ਨੇ ਜਿਹੜੇ ਟੈਂਕਾਂ ਤੇ ਤੋਪਾਂ ਨਾਲ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਔਰ ਇਸ ਹਮਲੇ ਤੋਂ ਪਹਿਲਾਂ ਗੱਲਬਾਤ ਰਾਹੀਂ ਵੀ ਮਸਲਾ ਹੱਲ ਹੋ ਸਕਦਾ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਜਿਹੜਾ ਹੈ ਉਹ ਲਗਾਇਆ ਹੋਇਆ ਸੀ, ਜਿਹਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ, ਪਾਣੀ ਦੇ ਮਸਲੇ, ਔਰ ਨਾਲ ਦੀ ਨਾਲ ਜਿਹਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਔਰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਇੱਕ ਬਹੁਤ ਵੱਡਾ ਡਾਕੂਮੈਂਟ ਸੀ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ, ਜਿਹੜਾ ਕੇਂਦਰ ਦੀ ਸਰਕਾਰ ਨੂੰ ਉਹ ਸਾਰਾ ਕੁਝ ਸੌਂਪ ਕੇ ਤੇ ਇਹ ਅਲਟੀਮੇਟਮ ਦਿੱਤਾ ਗਿਆ ਸੀ ਕਿ ਇਹ ਧਰਮ ਯੁੱਧ ਮੋਰਚਾ ਇੰਨੀ ਤਰੀਕ ਨੂੰ ਲਾਇਆ ਜਾਊ ਜੇ ਨਾ ਸਾਡੀਆਂ ਮੰਗਾਂ ਪੂਰੀਆਂ। ਤੋਂ ਧਰਮ ਯੁੱਧ ਮੋਰਚਾ ਜਿਹੜਾ ਸੀ ਉਹ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫਤਾਰੀ 19 ਜੁਲਾਈ 1982 ਨੂੰ ਜਿਹੜਾ ਸੀ ਲੱਗ ਗਿਆ। 4 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸੀ ਉਹ ਮੋਰਚਾ ਅਡਾਪਟ ਕਰ ਲਿਆ, ਔਰ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਬਣ ਗਏ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪਹਿਲਾ ਜਥਾ ਲੈ ਕੇ ਜਿਹੜੇ ਆ ਉਹ ਗ੍ਰਿਫਤਾਰੀ ਦੇਣ ਲਈ ਆਏ, ਜਿਹਦੇ ਚ ਬਹੁਤ ਵੱਡੀ ਤਾਦਾਦ ਵਿੱਚ 1200 ਜਿਹੜੇ ਅਕਾਲੀ ਵਰਕਰ ਸੀ ਸ਼ਾਮਲ ਹੋਏ। ਲੇਕਿਨ ਮੋਰਚਾ ਚੱਲਦਾ ਰਿਹਾ। ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾਂ ਵੱਲ ਕੋਈ ਖਿਆਲ ਨਾ ਕੀਤਾ। ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਸੀ ਉਹ ਕਹਿੰਦੀ ਰਹੀ ਕਿ ਪੰਜਾਬ ਦੀਆਂ ਮੰਗਾਂ, ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾਂ ਵੱਲ ਧਿਆਨ ਦਿਓ। ਲੇਕਿਨ ਜਿਹੜੇ ਹੁਕਮਰਾਨ ਸੀ, ਇੰਦਰਾ ਗਾਂਧੀ ਉਹ ਡਿਕਟੇਟਰ ਬਣ ਗਈ ਸੀ, ਉਹਨੇ ਪੰਜਾਬ ਵੱਲੋਂ ਅੱਖਾਂ ਮੀਟੀਆਂ ਸੀ, ਸਿੱਖਾਂ ਦੀਆਂ ਮੰਗਾਂ ਵੱਲ ਗੌਰ ਕਰਨਾ ਛੱਡ ਦਿੱਤਾ ਸੀ। ਤਾਂ ਉਸ ਟਾਈਮ ਤੇ ਜਦੋਂ ਕੋਈ ਵੀ ਮੂਵਮੈਂਟ ਜਿਹੜੀ ਲੰਮੀ ਹੋ ਜਾਂਦੀ ਹੈ, ਜਿਸ ਤਰ੍ਹਾਂ ਅੱਜ ਕਿਸਾਨ ਹੀ ਹੈ, ਕਿਸਾਨਾਂ ਦੀ ਮੂਵਮੈਂਟ ਚੱਲਦੀ ਨੂੰ 6 ਮਹੀਨੇ ਹੋ ਗਏ, ਲੇਕਿਨ ਸੈਂਟਰ ਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। 500 ਲੋਕ ਉੱਥੇ ਮੌਤ ਦੇ ਮੂੰਹ ਵਿੱਚ ਜਾ ਪਏ ਆ, ਔਰ ਮੋਰਚਾ ਅਜੇ ਵੀ ਚੱਲਦਾ। ਤੇ ਕਿਸਾਨਾਂ ਦੇ ਮਨ ਵਿੱਚ ਇਹ ਗੱਲ ਆ ਕਿ 3 ਕਾਨੂੰਨ ਜਿਹੜੇ ਆ ਕਾਲੇ ਇਹ ਖਤਮ ਕੀਤੇ ਜਾਣ। ਲੇਕਿਨ ਮੋਦੀ ਸਾਹਿਬ ਮਨ ਕੀ ਬਾਤ ਕਰ ਰਹੇ ਆ, ਲੋਕਾਂ ਦੀ ਜਨ ਕੀ ਬਾਤ ਨਹੀਂ ਸੁਣਦੇ, ਔਰ ਕਿੱਡਾ ਲੰਮਾ ਸੰਘਰਸ਼ ਜਿਹੜਾ ਹੈ ਕਿਸਾਨ ਜਿਹੜੇ ਆ ਉੱਥੇ ਚਲਾ ਰਹੇ ਆ। ਔਰ ਅਖੀਰ ਤੇ ਇਹ ਜਿਹੜੇ ਸੰਘਰਸ਼ ਨੇ ਇਹ ਫਿਰ ਵਾਇਲੈਂਟ ਹੋ ਜਾਂਦੇ ਆ। ਜਦੋਂ ਮੂਵਮੈਂਟਾਂ ਨੂੰ ਸਰਕਾਰ ਲੰਮੀ ਕਰ ਦਿੰਦੀ ਆ ਤਾਂ ਫਿਰ ਉਹਦੇ ਵਿੱਚ ਕਈ ਲੋਕ ਜਿਹੜੇ ਹਥਿਆਰਬੰਦ ਲੋਕ ਨੇ ਉਹ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਆ। ਸੋ ਇਸੇ ਤਰ੍ਹਾਂ ਹੀ ਇਸ ਮੂਵਮੈਂਟ ਦੇ ਵਿੱਚ ਵੀ ਜਿਹੜਾ 1984 ਦਾ ਸਾਕਾ ਹੋਇਆ, ਜਦੋਂ ਸਰਕਾਰ ਨੇ ਕੋਈ ਗੱਲ ਨਹੀਂ ਮੰਨੀ ਤੇ ਉਸ ਟਾਈਮ ਤੇ ਕੁਝ ਨੌਜਵਾਨ ਜਿਹੜੇ ਸਨ ਉਹ ਫਿਰ ਆਪਣੇ ਹਥਿਆਰਬੰਦ ਸੰਘਰਸ਼ ਦੇ ਰਾਹ ਜਿਹੜੇ ਆ ਤੁਰੇ, ਪਰ ਤੋਰੇ ਸੈਂਟਰ ਸਰਕਾਰ ਨੇ, ਕਿਉਂਕਿ ਸੈਂਟਰ ਸਰਕਾਰ ਗੱਲਾਂ ਨਹੀਂ ਸੀ ਮੰਨਦੀ। ਤੋ ਇਸ ਕਰਕੇ ਇਹ ਸਾਰਾ ਜਿਹੜਾ ਸਾਕਾ ਹੈ ਜੂਨ 1984 ਦਾ ਇਹ ਵਾਪਰਿਆ, ਜਿਹਦੇ ਵਿੱਚ ਜੀ ਉਸ ਵੇਲੇ ਤੁਸੀਂ ਕਿੱਥੇ ਸੀ, ਤੁਹਾਡਾ ਪਰਿਵਾਰ ਕਿੱਥੇ ਸੀ, ਤੁਹਾਡੇ ਭਰਾ ਕਿੱਥੇ ਸੀ ਉਸ ਵੇਲੇ? ਦੇਖੋ, ਮੈਂ ਉਸ ਟਾਈਮ ਤੇ ਦਰਬਾਰ ਸਾਹਿਬ ਦਾ ਮੈਨੇਜਰ ਸੀ ਔਰ ਸਰਾਂਵਾਲੇ ਸੀ। ਭਾਈ ਅਮਰੀਕ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹੜੇ ਆਏ ਅਕਾਲ ਤਖਤ ਸਾਹਿਬ ਦੇ ਉੱਤੇ ਆਲਰੇਡੀ ਜਿੱਥੇ ਰਹਿੰਦੇ ਸੀ ਉੱਥੇ ਸੀ। ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਨੂੰ ਸੀਲ ਕਰਕੇ ਔਰ ਫੌਜ ਦੇ ਹਵਾਲੇ ਕਰਕੇ ਸਾਰਾ ਪੰਜਾਬ ਸੀਲ ਕੀਤਾ, ਅੰਮ੍ਰਿਤਸਰ ਸਾਹਿਬ ਨੂੰ ਸੀਲ ਕੀਤਾ, ਔਰ 3 ਤਰੀਕ ਨੂੰ ਜਿਹੜਾ ਹੈ ਉਹ ਪੰਜਾਬ ਜਿਹੜਾ ਸੀ ਫੌਜ ਦੇ ਹਵਾਲੇ ਕਰ ਦਿੱਤਾ। 4 ਤਰੀਕ ਤੜਕੇ ਜਿਹੜਾ ਸੀ ਉਹ ਫਾਇਰਿੰਗ ਕਰਕੇ ਆਲਾ ਦੁਆਲਾ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦਾ ਸੀਲ ਕਰਕੇ ਤੇ ਟੈਂਕਾਂ ਤੇ ਤੋਪਾਂ ਜਿਹੜੀਆਂ ਸੀ ਉਹ ਚਾੜ ਦਿੱਤੀਆਂ। ਔਰ ਉਸ ਦਿਨ 3 ਤਰੀਕ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੀ ਜਿਹੜਾ ਸ਼ਹੀਦੀ ਪੁਰਬ ਸੀ, ਸੰਗਤਾਂ ਵੀ ਬੜੀ ਗਿਣਤੀ ਵਿੱਚ ਆਈਆਂ ਸੀ, ਪਰ ਇਹ ਨਹੀਂ ਵੇਖਿਆ ਗਿਆ ਵੀ ਇੱਥੇ ਬੀਬੀਆਂ, ਬੱਚੇ, ਬਜ਼ੁਰਗ ਜਾਂ ਕੋਈ ਆਇਆ। ਔਰ ਉਸ ਗੱਲ ਨੂੰ ਸਰਕਾਰ ਨੇ ਬਿਲਕੁਲ ਅਣਗੌਲਿਆ ਕਰ ਦਿੱਤਾ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿੱਤਾ। ਔਰ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਡਟ ਕੇ ਮੁਕਾਬਲਾ ਹਿੰਦੁਸਤਾਨ ਦੀ ਸਰਕਾਰ ਦਾ ਕੀਤਾ, ਔਰ 72 ਘੰਟੇ ਲੜਾਈ ਜਿਹੜੀ ਲੜੀ ਗਈ। ਸਰਕਾਰ ਨੇ ਜਲ ਸੈਨਾ, ਥਲ ਸੈਨਾ ਔਰ ਕਮਾਂਡੋ
ਔਰ ਹਵਾਈ ਸੈਨਾ, ਇਹ ਸਾਰੀਆਂ ਜਿਹੜੇ ਫੋਰਸਿਸ ਸੀ ਉੱਥੇ ਵਰਤੀਆਂ। ਤੋ ਉਹ ਜੋ ਕੁਝ ਵਾਪਰਿਆ ਉਹ ਸਾਰੇ ਮੇਰੇ ਖਿਆਲ ਇਸ ਵੇਲੇ ਸੰਸਾਰ ਦੇ ਲੋਕਾਂ ਨੂੰ ਪਤਾ ਹੈ ਕਿ ਕਿੰਨੀਆਂ ਵੱਡੀਆਂ ਉੱਥੇ ਸ਼ਹੀਦੀਆਂ ਹੋਈਆਂ, ਕੁਰਬਾਨੀਆਂ ਹੋਈਆਂ। ਔਰ ਜਿਹੜੀ KS ਬਰਾੜ ਨੇ ਕਿਤਾਬ ਲਿਖੀ ਹੈ ਉਹਦੇ 'ਚ ਉਹਨੇ ਖੁਦ ਮੰਨਿਆ ਹੈ ਕਿ ਮੈਂ ਸਮਝਦਾ ਸੀ ਕਿ ਅਸੀਂ 2 ਘੰਟਿਆਂ ਵਿੱਚ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਫੜ ਕੇ ਲੈ ਆਉਣਾ ਹੈ। ਲੇਕਿਨ ਇਹਦਾ ਸਾਨੂੰ ਉਦੋਂ ਪਤਾ ਲੱਗਾ ਜਦੋਂ ਇਹ ਹਮਲਾ ਕੀਤਾ। ਜਿਹੜੇ ਕਮਾਂਡੋ ਵੀ ਜਿਹੜੇ ਸੀ ਉਹਨਾਂ ਨੂੰ ਵੀ ਲੋਹੇ ਦੇ ਚਣੇ ਚਬਾਏ, ਜਾਂ ਹੋਰ ਵੀ ਜੋ ਉਹਨਾਂ ਨੇ ਉੱਧਰੋਂ ਭੇਜੇ ਸੀ ਬਾਹਰੋਂ, ਉਹਨਾਂ ਨਾਲ ਡਟ ਕੇ ਮੁਕਾਬਲਾ ਹੋਇਆ, ਦੰਦ ਖੱਟੇ ਹੋਏ। ਤੇ ਕਹਿੰਦਾ ਸਾਨੂੰ ਉਦੋਂ ਸਾਡੀਆਂ ਅੱਖਾਂ ਉਗੜੀਆਂ ਕਿ ਇਹ ਗੱਲ ਕੋਈ ਛੋਟੀ ਗੱਲ ਨਹੀਂ ਸੀ। ਤੋਂ ਅਖੀਰ ਤੇ ਟੈਂਕ ਉਹਨਾਂ ਨੂੰ ਚੜਾਉਣੇ ਪਏ, ਔਰ ਟੈਂਕ ਚੜਾ ਕੇ ਅਕਾਲ ਤਖਤ ਸਾਹਿਬ ਨੂੰ ਤੁੰਬਾ ਡਾਇਆ ਗਿਆ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਅਰਦਾਸ ਕਰਕੇ ਆਪਣੀ ਆਪ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਿਕਲ ਕੇ ਜਿਹੜੀ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਹੈ ਸਾਰੇ ਸੰਸਾਰ ਨੂੰ, ਔਰ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਜਿਹੜਾ ਉਹ ਭਲੀ ਭਾਂਤ ਪਤਾ। ਬਿਲਕੁਲ, ਤੁਸੀਂ ਕਹਿ ਰਹੇ ਹੋ ਕਿ ਅੰਦਰ ਸਭ ਕੁਝ ਜੋ ਹਲਚਲ ਚੱਲ ਰਹੀ ਸੀ, ਤੁਸੀਂ ਕੀ ਕੁਝ ਦੇਖਿਆ, ਕਿਵੇਂ ਦੀ ਮੂਵਮੈਂਟ ਸੀ ਇਸ ਸਮੇਂ ਤੇ ਦਰਬਾਰ ਸਾਹਿਬ ਦੇ ਅੰਦਰ? ਦੇਖੋ, ਸਰਕਾਰ, ਮੈਂ ਤਾਂ ਤੁਹਾਨੂੰ ਇਹ ਦੱਸਿਆ ਹੈ ਕਿ 1 ਤਰੀਕ ਤੋਂ CRP ਨਾਲ ਗੋਲੀ ਚੱਲੀ, CRP ਨੇ ਬਾਹਰੋਂ ਗੋਲੀ ਚਲਾਈ, ਅੰਦਰੋਂ ਕੋਈ ਫਾਇਰ ਨਹੀਂ ਹੋਇਆ। 2 ਸਿੰਘ ਜਿਹੜੇ ਸ਼ਹੀਦ ਹੋ ਗਏ। ਵਾਰਨਿੰਗਸ ਵੀ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਬਾਹਰ ਆ ਜਾਓ। ਨਹੀਂ, ਬਾਹਰ ਆਉਣ ਦਾ ਤਾਂ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ। ਉਹਨਾਂ ਨੇ ਅਰਦਾਸ ਕਰ ਲਈ ਸੀ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦੀ ਜਿਹੜੀ ਆ ਦੇਣੀ ਹੈ, ਔਰ ਇਸ ਤੋਂ ਵੱਡੀ ਜਗ੍ਹਾ ਮੈਨੂੰ ਹੋਰ ਕਿਤੇ ਨਹੀਂ ਮਿਲਣੀ। ਔਰ ਥੋੜੇ ਦਿਨ ਜੂ ਲੈਣਾ ਜਿਹੜਾ ਮਰਦਾਂ ਦਾ, ਥੋੜੇ ਦਿਨ ਜੂ ਲੈਣਾ ਜਿਹੜਾ ਉਹ ਜ਼ਿੰਦਗੀ ਚੰਗੀ ਹੁੰਦੀ ਹੈ। ਉਹਨਾਂ ਨੇ ਇੱਕ ਧਾਵਾ ਕਰ ਲਿਆ ਸੀ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨੇ, ਔਰ ਮੰਗਾਂ ਮੰਨ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਾ ਲਾਇਆ, ਮੋਰਚਾ ਜਿਹੜਾ ਹੈ ਉਹ ਤਾਂ ਖਤਮ ਹੋਵੇ। ਔਰ ਸੰਤ ਜਰਨੈਲ ਸਿੰਘ ਨੂੰ ਭਾਵੇਂ 100 ਵਾਰਾਂ ਤਰਲੇ ਕੱਢਦੇ, ਇੰਦਰਾ ਗਾਂਧੀ ਵੀ ਤਰਲੇ ਕੱਢਦੀ, ਉਹਨਾਂ ਨੇ ਅਰਦਾਸ ਕੀਤੀ ਸੀ ਕਿ ਮੈਂ ਜੂਝ ਕੇ ਜਬ ਆਪ ਕੀ ਉਹਦਾ ਨਿਧਾਨ ਬਣੇ, ਹੱਥ ਹੀ ਨਾਲ ਮੈਂ ਤਾਂ ਜੂਝ ਮਰੋ ਦੇ ਸਿਧਾਂਤ ਤੇ ਚੱਲਿਆ। ਉਹਨਾਂ ਨੂੰ ਮੌਤ ਮੂਤ ਦਾ ਡਰ ਨਹੀਂ ਸੀ। ਸਰਕਾਰ ਨੂੰ ਨਹੀਂ ਸੀ ਪਤਾ ਕਿ ਏਡੀ ਵੱਡੀ ਅਵਸਥਾ 'ਚ ਲੋਕ ਪਹੁੰਚ ਚੁੱਕੇ ਆ ਜਿਨ੍ਹਾਂ ਨੂੰ ਆਪਣੀ ਮੌਤ ਦਾ ਕੋਈ ਖਤਰਾ ਨਹੀਂ, ਕੋਈ ਡਰ ਨਹੀਂ। ਉਹ ਤਾਂ ਇਹ ਗੱਲ ਕਹਿੰਦੇ ਰਹੇ ਕਿ ਸਾਡੇ ਤਾਂ 2 ਹੱਥੀ ਲੱਡੂ ਆ, ਜੇ ਤਾਂ ਇੱਥੇ ਸਰਕਾਰ ਚੜ੍ਹ ਕੇ ਆ ਗਈ ਤੇ ਸ਼ਹੀਦੀਆਂ ਪ੍ਰਾਪਤ ਕਰਾਂਗੇ, ਜੇ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਅਸੀਂ ਇਸ ਸੰਘਰਸ਼ ਤੋਂ ਹੀਰੋ ਬਣ ਕੇ ਬਾਹਰ ਨਿਕਲਾਂਗੇ। ਉਹਨਾਂ ਨੂੰ ਕੋਈ ਸਰਕਾਰ ਦਾ ਕੋਈ ਖੌਫ ਨਹੀਂ ਸੀ, ਕੋਈ ਡਰ ਨਹੀਂ ਸੀ ਜਿਹੜਾ ਕਿ ਦੁਨਿਆਵੀ ਬੰਦਿਆਂ ਨੂੰ ਹੁੰਦਾ। ਉਹ ਧਾਰਮਿਕ ਵਿਅਕਤੀ ਸਨ, ਬਹੁਤ ਪੁੱਜੇ ਹੋਏ ਸਨ, ਔਰ ਉਹਨਾਂ ਨੂੰ ਪਤਾ ਹੈ ਸਾਡੀ ਸ਼ਹੀਦੀ ਇੱਥੇ ਹੋਣੀ ਆ। ਔਰ ਇਹ ਗੱਲ ਉਹਨਾਂ ਨੇ ਸਾਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਇੱਥੇ ਟੈਂਕਾਂ ਦੇ ਤੋਪਾਂ ਨਾਲ ਲੱਖਾਂ ਬੰਦਿਆਂ ਦਾ ਘੇਰਾ ਪੈਣਾ, ਔਰ ਇਹ ਗੱਲ ਉਹਨਾਂ ਦੀ ਜਿਹੜੀ ਸੀ ਉਹ ਸਾਬਤ ਹੋਈ। ਕਿਉਂਕਿ ਸੰਤਾਂ ਦੀ ਵੀ CID ਬਹੁਤ ਸੀ। ਸੰਤਾਂ ਨੂੰ ਮਿਲਟਰੀ ਚੋਂ ਆਣ ਕੇ ਜਿਹੜੇ ਕੋਈ ਉਹਨਾਂ ਦੇ ਅਫਸਰ ਸਾਹਿਬਾਨ ਸਨ, ਜਾਂ ਉਹਨਾਂ ਦੇ ਕੋਈ ਹੋਰ ਉੱਚ ਅਧਿਕਾਰੀ ਸਨ ਸਰਕਾਰ ਦੇ, ਉਹ ਆਣ ਕੇ ਵਿੱਚੋਂ ਦੱਸਦੇ ਸੀ ਕਿ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਤੇ ਇੱਧਰ ਆਪਣਾ ਕਿਸੇ ਜਗ੍ਹਾ ਦੇ ਉੱਤੇ ਰੈਸਲ ਕੀਤੀ ਗਈ। ਸਾਰੀ ਗੱਲਾਂ ਦਾ ਉਹਨਾਂ ਨੂੰ ਪਤਾ ਸੀ, ਔਰ ਇਹ ਉੱਥੋਂ ਨਿਕਲਣਾ ਚਾਹੁੰਦੇ ਤੇ ਇਹ ਘੇਰਾ ਪੈਣ ਤੋਂ ਪਹਿਲਾਂ ਹੀ ਨਿਕਲ ਸਕਦੇ ਸੀ। ਪਰ ਉਹਨਾਂ ਇਹ ਮਰਨਾ ਮੰਨ ਲਿਆ ਸੀ ਕਿ ਮੈਂ ਇੱਥੇ ਸ਼ਹੀਦੀ ਦੇਣੀ ਆ, ਔਰ ਉਸ ਕਰਕੇ ਉਹਨਾਂ ਨੇ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨੇ ਛਾਡੇ ਖੇਤ। ਉਹਨਾਂ ਨੇ ਔਰ ਭਾਈ ਅਮਰੀਕ ਸਿੰਘ, ਜਨਰਲ ਸ਼ਵੇਕ ਸਿੰਘ, ਬਾਬਾ ਥਾਰਾ ਸਿੰਘ ਤੇ ਹੋਰ ਹਜ਼ਾਰਾਂ ਬੀਬੀਆਂ ਬੱਚਿਆਂ ਨੇ ਜਿਹੜਾ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਇੱਕ ਬੰਦੇ ਤੋਂ ਵੀ ਹਥਿਆਰ ਨਹੀਂ ਸਟਾ ਸਕੀ ਸਰਕਾਰ। ਜਿਹੜੀ ਮੇਨ ਮੈਂ ਗੱਲ ਕਹਿਣੀ ਚਾਹੁੰਦਾ ਜੀ। ਬਿਲਕੁਲ, ਭਾਈ ਮਨਜੀਤ ਸਿੰਘ ਜੀ, ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਤੁਹਾਡੀ ਵੀ ਗੱਲ ਹੁੰਦੀ ਸੀ? ਬਿਲਕੁਲ ਹੁੰਦੀ ਸੀ। ਕੀ ਕਹਿੰਦੇ ਸੀ? ਸਾਡੇ ਭਰਾ ਆਖਿਰ ਤੱਕ ਕੀ ਕਹਿੰਦੇ ਸੀ? ਕਿਉਂਕਿ ਇਹਦੇ ਸੰਤਾਂ ਤੋਂ ਪਹਿਲਾਂ ਜਿਹੜੇ ਮੁਖੀ ਸੀ ਉਹ ਮੇਰੇ ਸਤਿਕਾਰਯੋਗ ਪਿਤਾ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਸੀ, ਦਮਦਮੀ ਟਕਸਾਲ ਦੇ ਮੁਖੀ। ਉਹਨਾਂ ਦੀ ਅਚਾਨਕ ਜਿਹੜੀ ਹੈ ਐਕਸੀਡੈਂਟ ਵਿੱਚ ਮੌਤ ਹੋ ਗਈ, ਉਹ ਸੱਚਖੰਡ ਨੂੰ ਚਲੇ ਗਏ। ਉਹਨਾਂ ਤੋਂ ਬਾਅਦ ਸੰਤ ਜਰਨੈਲ ਸਿੰਘ ਨੂੰ ਜਿਹੜਾ ਸੀ ਉਹ ਸਾਡੇ ਪਰਿਵਾਰ ਨੇ ਦਮਦਮੀ ਟਕਸਾਲ ਦਾ ਮੁਖੀ ਬਣਾਇਆ ਸੀ। ਉਹ ਇੱਕ ਧਾਰਮਿਕ ਵਿਅਕਤੀ ਸਨ, ਪਾਠ ਕਰਨ ਵਾਲੇ, ਔਰ ਉਹ ਸੁਲਝੇ ਹੋਏ ਸਨ। ਲੇਕਿਨ ਸਾਡਾ ਤਾਂ ਪਰਿਵਾਰਾਂ ਵਾਲਾ ਸੰਬੰਧ ਸੀ ਉਹਨਾਂ ਨਾਲ, ਔਰ ਇੱਕ ਤਰ੍ਹਾਂ ਨੇ ਕਈ ਵਾਰਾਂ ਗੱਲਾਂ ਹੋਈਆਂ ਹੋਣਗੀਆਂ। ਤੁਹਾਨੂੰ ਕਿਹੜੀ ਮੇਰੀ 5 ਤਰੀਕ ਦੀ ਸ਼ਾਮ ਨੂੰ ਵੀ ਇੰਟਰਨਲ ਟੈਲੀਫੋਨ ਤੇ ਉਹਨਾਂ ਨਾਲ ਗੱਲ ਹੋਈ ਸੀ ਕਿ ਤੁਹਾਡਾ ਵਜਨ ਪੂਰਾ ਹੋ ਗਿਆ। ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਲੱਖ ਬੰਦੇ ਦਾ ਘੇਰਾ ਪੈਣਾ ਹੈ, ਤੇ ਉਹਨਾਂ ਇੱਕ ਗੁਰਬਾਣੀ ਦੀ ਤੁਕ ਪੜ੍ਹੀ ਸੀ ਕਿ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰ ਬਤੀਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਉਹਨਾਂ ਨੂੰ ਮੌਤ ਦਾ ਡਰ ਨਹੀਂ ਸੀ, ਮੌਤ ਦੇ ਡਰ ਤੋਂ ਪਰੇ ਸਨ ਜਿਹੜੀਆਂ ਇਹ ਰੂਹਾਂ ਸਨ। ਤੋ ਸਰਕਾਰ ਦੇ ਦਿਲ 'ਚ ਹੀ ਸ਼ਾਇਦ ਵਾਰਨਿੰਗ ਦੇਵਾਂਗੇ, ਉਹ ਮੌਤ ਤੋਂ ਡਰਦੇ ਭੱਜ ਜਾਣਗੇ, ਇਹ ਕੋਈ ਗੱਲ ਗੁੱਲ ਨਹੀਂ ਸੀ ਹੈਗੀ। ਸਰਕਾਰ ਬੜੀ ਗਲਤ ਫਹਿਮੀ।
ਬਿਲਕੁਲ ਭਾਈ ਮਨਜੀਤ ਸਿੰਘ ਜੀ, ਮੰਜ਼ਰ ਦੱਸੋ ਉਦੋਂ ਕੀ ਸੀ ਜਦੋਂ ਆਪਰੇਸ਼ਨ ਖਤਮ ਹੋਇਆ? ਸਰਕਾਰੀ ਆંકੜੇ ਜੋ ਆਏ ਨੇ ਮੌਤਾਂ ਦੇ, ਇੰਨੇ ਲੋਕਾਂ ਦੀ ਜਾਨ ਚਲੀ ਗਈ, ਉਸ ਤੇ ਸਵਾਲ ਉੱਠਦੇ ਨੇ। ਤੁਸੀਂ ਅੱਖੀ ਇਹ ਮੰਜ਼ਰ ਦੇਖਿਆ ਹੈ, ਕਿੰਨੀਆਂ ਲਾਸ਼ਾਂ ਸਨ, ਕੀ ਮਾਹੌਲ ਸੀ ਅੰਦਰ ਜਦੋਂ ਆਪਰੇਸ਼ਨ ਖਤਮ? ਅੱਖਾਂ ਦੇ ਨਾਲ ਤਾਂ ਕਿਸੇ ਨੇ ਵੀ ਕੁਝ ਨਹੀਂ ਵੇਖਿਆ, ਕਿਉਂਕਿ ਜਿੰਨਾ ਉੱਥੇ ਬੰਬਮਾਰੀ ਸੀ, ਜਿੰਨੀ ਗੋਲੀਬੰਦੀ ਸੀ, ਜਿੰਨਾ ਧੂਆਂ ਉਹਨਾਂ ਨੇ ਉੱਥੇ ਕੀਤਾ ਸੀ, ਗੈਸਾਂ ਛੱਡੀਆਂ ਸੀ, ਔਰ ਸਾਰੀਆਂ ਫੌਜਾਂ ਵਰਤੀਆਂ ਸੀ, ਟੈਂਕ ਵਰਤੀਆਂ ਸੀ। ਇਹ ਨਹੀਂ ਕਹਿ ਸਕਦਾ ਕਿ ਮੈਂ ਜੰਗ ਹੁੰਦੀ ਵੇਖੀ ਆ, ਕਿਉਂਕਿ ਹਰ ਇੱਕ ਨੂੰ ਉੱਥੇ ਪਤਾ ਨਹੀਂ ਸੀ ਕਿਹੜੇ ਵੇਲੇ ਕਿਹਨੂੰ ਗੋਲੀ ਵੱਜ ਜਾਣੀ ਆ ਤੇ ਉਹਨੇ ਸ਼ਹੀਦ ਹੋ ਜਾਣਾ। ਔਰ ਉਸ ਟਾਈਮ ਦੇ ਜਿਹੜੇ ਹਾਲਾਤ ਸਨ, ਮੈਂ ਸਮਝਦਾ ਮਾਵਾਂ ਪੁੱਤ ਨਹੀਂ ਸੀ ਸੰਭਾਲਦੀਆਂ। ਜਿਹੋ ਜਿਹੇ ਹਾਲਾਤ ਬਣੇ ਜਦੋਂ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਜਿਸ ਤਰ੍ਹਾਂ ਜੰਗ ਲੱਗਦੀ ਹੈ, ਉਸ ਤਰ੍ਹਾਂ ਹੀ ਇਹ ਜੰਗ ਜਿਹੜੀ ਹੈ ਇਹ 6 ਜੂਨ 1984 ਨੂੰ ਹੋਈ। ਉਹ ਇਹ ਨਹੀਂ ਕੋ ਕਹਿ ਸਕਦਾ ਕਿ ਫਲਾਣਾ ਬੰਦਾ ਮੈਂ ਵੇਖਿਆ ਉੱਥੇ ਜਿਹੜੇ ਸ਼ਹੀਦ ਹੁੰਦਾ ਸੀ, ਫਲਾਣਾ ਮੈਂ ਵੇਖੇ। ਇਹੋ ਜਿਹੇ ਹਾਲਾਤ ਨਹੀਂ, ਉਦੋਂ ਪਤਾ ਨਹੀਂ ਸੀ ਵੀ ਕਿਹਨੂੰ ਕਿਹੜੇ ਪਾਸਿਓਂ ਆਣ ਕੇ ਗੋਲੀ ਵੱਜ ਜਾਣੀ। ਹਾਲਾਤ ਬੜੇ ਬਦਤਰ ਤੇ ਮਾੜੇ ਸਨ, ਔਰ ਉੱਥੇ ਕੋਈ ਵੀ ਦਾਅਵੇ ਨਾਲ ਨਹੀਂ ਇਹ ਗੱਲ ਕਹਿ ਸਕਦਾ ਕਿ ਉੱਥੇ ਮੈਂ ਇੰਨੇ ਬੰਦੇ ਸ਼ਹੀਦ ਹੁੰਦੇ ਵੇਖੇ ਜਾਂ ਵੇਖੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨਰਮ। ਪਰ ਭਾਈ ਮਨਜੀਤ ਸਿੰਘ ਜੀ, ਕੀ ਆਪਰੇਸ਼ਨ ਇਹ ਹੋਵੇਗਾ, ਸਰਕਾਰ ਇੰਜ ਦਾ ਕਦਮ ਚੁੱਕੇਗੀ ਕਿ ਇਸ ਬਾਰੇ ਪਹਿਲਾਂ ਪਤਾ ਸੀ ਤੁਹਾਨੂੰ ਅੰਦਰ ਜੋ ਤੁਸੀਂ ਸਾਰੇ ਸੀ? ਬਿਲਕੁਲ ਪਤਾ ਸੀ, 6 ਮਹੀਨੇ ਪਹਿਲਾਂ ਪਤਾ ਸੀ ਇਹ ਗੱਲ ਦਾ ਵੀ ਸਰਕਾਰ ਨੇ ਇਹੋ ਜਿਹੀ ਗੱਲ ਕਰਨੀ, ਕਿਉਂਕਿ ਇੰਦਰਾ ਗਾਂਧੀ ਜਿਹੜੀ ਹੈ ਉਹ ਘਮੰਡ ਵਿੱਚ ਸੀ, ਉਹ ਹੰਕਾਰ 'ਚ ਸੀ, ਔਰ ਸੰਤ ਜਰਨੈਲ ਸਿੰਘ ਚਾਹੁੰਦੇ ਸੀ ਵੀ ਇਹ ਮਸਲਾ ਗੱਲਬਾਤ ਰਾਹੀਂ ਹੱਲ ਹੋਵੇ, ਨੈਗੋਸੀਏਸ਼ਨ ਦੇ ਰਾਹੀਂ ਮਸਲਾ ਹੱਲ ਹੋਵੇ। ਲੇਕਿਨ ਸਰਕਾਰ, ਮੈਂ ਸਮਝਦਾ ਹੈ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਇੰਦਰਾ ਗਾਂਧੀ ਔਰ RSS ਤੇ LK ਅਡਵਾਨੀ ਉਹਨਾਂ ਨੇ ਕਿਹਾ ਕਿ ਅਸੀਂ ਸਲਾਹ ਦਿੱਤੀ ਸੀ ਵੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿਓ। ਮਾਈ ਕੰਟਰੀ ਮਾਈ ਲਾਈਫ ਨੇ ਇੱਕ ਕਿਤਾਬ ਲਿਖੀ ਆ, ਉਹਨੇ ਕਿਹਾ ਵੀ ਮੈਂ ਉਕਸਾਇਆ ਸੀ ਨਾ। ਤੋ ਇਹ ਸਾਰੀ ਕਿਰੀ-ਮਿਰੀ ਸਾਜ਼ਿਸ਼ ਸੀ ਕਿ ਸਿੱਖਾਂ ਨੂੰ ਜਿਹੜਾ ਨੀਵਾਂ ਕਿਸ ਤਰ੍ਹਾਂ ਦਿਖਾਉਣਾ, ਉਹਨਾਂ ਦੇ ਧਾਰਮਿਕ ਸਥਾਨ ਕਿਸ ਤਰ੍ਹਾਂ ਡਾਉਣੇ ਆ। ਔਰ ਮੈਂ ਸਮਝਦਾ ਹਾਂ ਕਿ ਭਾਵੇਂ ਸੈਂਟਰ 'ਚ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਇੱਥੇ ਮੋਦੀ ਦੀ ਸਰਕਾਰ ਹੋਵੇ, ਪੰਜਾਬ ਨਾਲ ਤੇ ਪੰਜਾਬੀਅਤ ਨਾਲ ਤੇ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਹੋਇਆ। ਹਿੰਦੁਸਤਾਨ 'ਚ 2 ਕਾਨੂੰਨ ਚੱਲਦੇ, ਇੱਕ ਮਿਨੋਰਿਟੀ ਵਾਸਤੇ, ਇੱਕ ਮੈਜੋਰਟੀ ਵਾਸਤੇ। ਆਹ ਦੇਖੋ, ਜਿਹੜਾ ਬਲਾਤਕਾਰੀ ਬਾਬਾ ਹੈ ਰਾਮ ਰਹੀਮ, ਉਹਨੂੰ ਪਰੋਲ ਦਿੱਤੀ ਗਈ ਆ। ਜਹੇਦਾਰ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਨਹੀਂ ਦਿੱਤੀ ਗਈ, ਜਿਹੜਾ 20 ਸਾਲ ਤੋਂ 25 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਇੱਥੇ ਕਾਨੂੰਨ 2 ਤਰ੍ਹਾਂ ਦੇ ਚੱਲਦੇ ਆ, ਤਗੜੇ ਲਈ ਕਾਨੂੰਨ ਹੋਰ ਆ, ਮਾੜੇ ਲਈ ਕਾਨੂੰਨ ਹੋਰ ਆ। ਬਿਲਕੁਲ ਭਾਈ ਮਨਜੀਤ ਸਿੰਘ ਜੀ, ਜਦੋਂ ਇਹ ਆਪਰੇਸ਼ਨ ਹੋਇਆ ਤਾਂ ਫੌਜ ਨੂੰ ਇਹ ਕਿਹਾ ਗਿਆ ਕਿ ਹਾਲਾਤ ਪੰਜਾਬ ਦੇ ਹੋਰ ਵਿਗੜ ਜਾਣਗੇ, ਕੁਝ ਦਿਨਾਂ ਦੇ ਅੰਦਰ ਜਰਨੈਲ ਸਿੰਘ ਭਿੰਡਰਾਵਾਲਾ ਖਾਲਿਸਤਾਨ ਦਾ ਐਲਾਨ ਕਰ ਦੇਣਗੇ। ਇਹ ਸਭ ਕੁਝ ਕੀ ਸੀ? ਦੇਖੋ, ਐਲਾਨ ਤਾਂ ਉਹਨਾਂ ਨੇ ਕੀਤਾ ਨਹੀਂ ਸੀ। ਸਰਕਾਰ ਜਾਣ ਬੁੱਝ ਕੇ ਉਹਨਾਂ ਨੂੰ ਇਹ ਗੱਲ ਕਹਿ ਰਹੀ ਸੀ ਵੀ ਉਹ ਖਾਲਿਸਤਾਨ ਦੇ ਮਤਾ ਜਿਹੜਾ ਹੈ ਆਪਣਾ ਅਨੰਦਪੁਰ ਦਾ ਮਤਾ ਹੈ, ਖਾਲਿਸਤਾਨ ਆ। ਉਹੋ ਹੀ ਮਤਾ ਅੱਜ ਜਿਹੜਾ ਹੈ ਉਹ ਵੱਧ ਅਧਿਕਾਰਾਂ ਦਾ ਸਾਰੇ ਸਟੇਟ ਕਰਨ ਰਹੇ ਨੇ। ਅੱਜ ਵੱਧ ਅਧਿਕਾਰਾਂ ਦੀ ਸਾਰੇ ਗੱਲ ਸਟੇਟ ਕਰਨ ਰਹੇ ਨੇ। ਇਹ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੇ ਕਿੰਨੀ ਕੁ ਮਾੜੀ ਗੱਲ ਸੀ। ਉਹ ਸਿਰਫ ਜਿਹੜਾ ਗੋਦੀ ਮੀਡੀਆ, ਜਿਹੜਾ ਅੱਜ ਵੀ ਮੋਦੀ ਦੀ ਛਤਰ ਛਾਇਆ ਹੇਠ ਜਿਹੜਾ ਕਲੋਲਾਂ ਕਰਦੇ ਆ, ਅੱਜ ਵੀ ਉਹ ਸਹੀ ਗੱਲ ਨਹੀਂ ਕਿ ਉੱਪਰ ਜਾਣ ਦੇਣ ਦਾ। ਔਰ ਮੋਦੀ ਗੋਦੀ ਮੀਡੀਆ ਖਰੀਦਿਆ ਮੀਡੀਆ। ਉਸ ਟਾਈਮ ਤੇ ਵੀ ਜਿਹੜਾ ਸੋਸ਼ਲ ਮੀਡੀਆ ਹੈ ਨਹੀਂ ਸੀ, ਤੇ ਜਿਹੜੇ ਉਸ ਟਾਈਮ ਦਾ ਮੀਡੀਆ ਸੀ ਉਹ ਸਾਰੀ ਗੱਲ ਨੂੰ ਗਲਤ ਪੇਸ਼ ਕਰਕੇ ਸੰਤ ਜਰਨੈਲ ਸਿੰਘ ਨੂੰ ਟੈਰਰਿਸਟ ਪੇਸ਼ ਕਰਕੇ ਉੱਤੇ ਸੈਂਟਰ ਨੂੰ ਦੱਸਦੇ, ਜਦੋਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੈਗੀ। ਕਿਉਂਕਿ ਕਈ ਵਾਰ ਕਈ ਬੰਦਿਆਂ ਨੂੰ ਮਜਬੂਰਨ ਦੂਜੇ ਪਾਸੇ ਜਿਹੜਾ ਉਹ ਧੱਕਿਆ ਜਾਂਦਾ। ਜਦੋਂ ਮੰਗਾਂ ਨਹੀਂ ਮੰਨੀਆਂ ਤੇ ਫਿਰ ਉਹਨਾਂ ਨੇ ਸਮਝਿਆ ਕਿ ਇਹ ਨਮੋਸ਼ੀ ਨਾਲੋਂ ਤਾਂ ਲੜ ਕੇ ਸ਼ਹੀਦ ਹੋ ਜਾਣਾ ਚੰਗਾ। ਸੋ ਇਹ ਗੱਲਾਂ ਨੇ ਸੈਂਟਰ ਸਰਕਾਰ ਕਦੇ ਵੀ ਪੰਜਾਬ ਪ੍ਰਤੀ, ਕਿਉਂਕਿ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਫਾਂਸੀ ਦੇ ਫੰਦਿਆਂ ਨੂੰ ਚੁੰਬਿਆ, ਬਾਜ-ਬਾਜ ਘਾਟ ਦੇ ਸਾਕੇ। ਔਰ ਜਦੋਂ ਦੇਸ਼ ਆਜ਼ਾਦ ਅਜੇ ਹੋਣਾ ਸੀ ਤੇ ਕਿਹਾ ਸੀ ਤੁਹਾਨੂੰ ਉੱਤਰੀ ਭਾਰਤ ਦੇ ਵਿੱਚ ਇੱਕ ਖਿੱਤਾ ਦਿਆਂਗੇ, ਪਰ ਅਫਸੋਸ ਜਦੋਂ ਦੇਸ਼ ਆਜ਼ਾਦ ਹੋ ਗਿਆ ਤੇ ਨਹਿਰੂ ਤੇ ਗਾਂਧੀ ਨੂੰ ਪੁੱਛਿਆ ਸਾਨੂੰ ਖਿੱਤਾ ਦਿਓ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ, ਉਹ ਕਹਿੰਦੇ ਹਾਲਾਤ ਬਦਲ ਗਏ ਆ। ਸੋ ਇਹ ਜਿਹੜੇ ਉਸ ਟਾਈਮ ਦੇ ਲੀਡਰ ਸੀ ਉਹਨਾਂ ਨੇ ਸਿੱਖਾਂ ਨਾਲ ਧੋਖਾ ਕੀਤਾ। ਔਰ ਪੰਜਾਬੀ ਬਾਕੀ ਸੂਬੇ ਜਿਹੜੇ ਹੈ ਉਹ ਬੋਲੀਆਂ ਦੇ ਆਧਾਰ ਤੇ ਬਣ ਗਏ, ਲੇਕਿਨ ਪੰਜਾਬੀ ਸੂਬਾ ਬਣਾਉਣ ਵਾਸਤੇ ਸਿੱਖਾਂ ਨੂੰ, ਪੰਜਾਬੀਆਂ ਨੂੰ ਫਿਰ ਮੋਰਚਾ ਲਾਉਣਾ ਪਿਆ। ਅਫਸੋਸ ਹਰ ਇੱਕ ਗੱਲ ਦੇ ਉੱਤੇ। ਪਾਣੀ ਦਾ ਮਸਲਾ ਹੈ, ਪਾਣੀ ਪੰਜਾਬ ਦੇ ਵਿੱਚ ਪੇਰੀਅਨ ਲਾ ਹੈ ਕਿ ਜਿੱਥੋਂ ਦੀ ਕੋਈ ਦਰਿਆ ਲੰਘਦਾ ਹੈ ਪਹਿਲਾ ਹੱਕ ਉਹਦਾ।
ਅਫਸੋਸ ਆ ਕਿ ਅੱਜ ਪਾਣੀ ਜਿਹੜਾ ਕਹਿੰਦੇ ਦੂਜੇ ਸਟੇਟਾਂ ਨੂੰ ਦੇ ਦੇਣਾ ਹੈ। ਅਜੇ ਵੀ ਆ ਇੱਕ SYL ਲਹਿਰ ਦਾ ਰੌਲਾ ਪਾਈ ਫਿਰਦੇ ਆ। ਪੰਜਾਬ 'ਚ ਪਾਣੀ ਜਿਹੜਾ ਉਹ ਇੰਨਾ ਡੂੰਘਾ ਚਲਾ ਗਿਆ ਹੈ ਕਿ ਆਉਣ ਵਾਲੇ ਟਾਈਮ 'ਚ ਪੰਜਾਬ ਨੇ ਬੰਜਰ ਹੋ ਜਾਣਾ। ਔਰ ਇਹ ਚਾਹੁੰਦੇ ਆ ਕਿ ਪੰਜਾਬੀ ਜਿਹੜਾ ਇਹ ਧੌਣ ਉੱਚੀ ਕਰਕੇ ਤੇ ਚਿੱਟੇ ਕੱਪੜੇ ਪਾ ਕੇ ਕਾਰਾਂ ਤੇ ਘੁੰਮਦੇ ਆ। ਸ਼ਾਇਦ ਇਹਨਾਂ ਨੂੰ ਕੰਗਾਲ ਕਰਨ ਵਾਸਤੇ ਜਿਹੜੀਆਂ ਕਾਨੂੰਨ ਇਹ ਬਣਾਏ ਜਾਂਦੇ ਆ। ਜਿਸ ਤਰ੍ਹਾਂ 3 ਕਾਨੂੰਨ ਹੀ ਬਣਾਤੇ ਆ, ਇੱਕ ਜਵਾਨੀ ਹੁੰਦੀ ਆ, ਔਰ ਇੱਕ ਆਰਥਿਕਤਾ ਹੁੰਦੀ ਆ, ਇੱਕ ਕਿਸੇ ਕੌਮ ਦਾ ਇਤਿਹਾਸ ਹੁੰਦਾ ਹੈ। ਇਹਨਾਂ ਨੇ ਸਾਡਾ ਧਾਰਮਿਕ ਤੌਰ ਤੇ ਵੀ ਸਾਨੂੰ ਬੜਾ ਜਿਹੜਾ ਹੈ ਉਹ ਹਮਲਾ ਕਰਕੇ ਤੇ ਬਹੁਤ ਜ਼ਿਆਦਾ ਨੁਕਸਾਨ ਸਿੱਖ ਕੌਮ ਦਾ ਕੀਤਾ। ਆਰਥਿਕ ਤੌਰ ਤੇ ਹੁਣ ਕਰ ਰਹੇ ਨੇ ਕਿਉਂਕਿ ਕਿਸਾਨ ਮੋਰਚਾ ਲਾ ਕੇ ਬੈਠੇ ਆ। ਤੇ ਜਿਹੜਾ ਆਪਣਾ ਨੌਜਵਾਨ ਆ ਉਹ ਪੰਜਾਬ 'ਚ ਕੋਈ ਨੌਕਰੀ ਨਹੀਂ ਗਈ, ਹਿੰਦੁਸਤਾਨ ਦੇ ਵਿੱਚ ਕੋਈ ਨੌਕਰੀ ਨਹੀਂ, ਉਹ ਬਾਹਰ ਨੂੰ ਜਾ ਰਿਹਾ। ਸੋ ਇਸ ਕਰਕੇ ਪੰਜਾਬ ਵਿੱਚ ਔਰ ਸੈਂਟਰ ਦੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਪੰਜਾਬ ਪ੍ਰਤੀ ਬਿਲਕੁਲ ਗਲਤ ਆ। ਅੱਜ ਵੀ ਅਨਿਆਂ ਤੇ ਧੱਕਾ ਜਿਹੜਾ ਪੰਜਾਬ ਨਾਲ ਹੋ ਰਿਹਾ। ਬਿਲਕੁਲ ਧੰਨਵਾਦ ਭਾਈ ਮਨਜੀਤ ਸਿੰਘ ਜੀ ਗੱਲਬਾਤ ਕਰਨ ਦੇ ਲਈ। ਆਪਰੇਸ਼ਨ ਬਲੂ ਸਟਾਰ ਬਾਰੇ ਇਹਨਾਂ ਨੇ ਦੱਸਿਆ, ਉਦੋਂ ਇਹ ਅੰਮ੍ਰਿਤਸਰ 'ਚ ਸਨ। ਇਹਨਾਂ ਨੇ ਦੇਖਿਆ ਉਹ ਪੂਰਾ ਮਾਹੌਲ ਕਿਸ ਤਰੀਕੇ ਨਾਲ ਪੂਰਾ ਮੰਜ਼ਰ ਸੀ। ਸਵਾਲ ਜੋ ਇਹਨਾਂ ਨੇ ਚੁੱਕੇ ਨੇ ਉਸ ਦੇ ਜਵਾਬ ਹਜੇ ਤੱਕ ਮਿਲ ਨਹੀਂ ਪਾਏ। ਧੰਨਵਾਦ ਭਾਈ ਮਨਜੀਤ ਸਿੰਘ ਜੀ ਗੱਲਬਾਤ। ਥੈਂਕ ਯੂ।